ਆ ਬਿੱਲ ਤੁਹਾਡੇ ਸਾਹਮਣੇ ਰੱਖਦੇ ਆ, ਇਹਨੂੰ ਪੇ ਕਰੋਗੇ ਤਾਂ ਤੁਸੀਂ ਬਾਹਰ ਜਾ ਸਕਦੇ ਹੋ, ਜੇ ਨਹੀਂ ਕਰੋਗੇ ਤਾਂ ਤੁਸੀਂ ਬਾਹਰ ਨਹੀਂ ਜਾ ਸਕਦੇ। ਗੁਰਕੀਰਤ ਬਿੰਦਰਾ ਜੀ ਉਹ ਆਂਦੇ ਆ, ਬੰਦੂਕ ਕੱਢ ਲੈਂਦੇ ਆ ਤੇ ਕਹਿੰਦੇ ਭਾਈ ਸਾਹਿਬ ਇਹ ਐਂ ਹੀ ਹੋਊਗਾ, ਇਹ ਬਿੱਲ ਦਿਓ ਤੇ ਜਾਓ, ਵਰਨਾ ਤੁਸੀਂ ਬਾਹਰ ਨਹੀਂ ਜਾ ਸਕਦੇ। ਮੇਰੇ ਅੰਕਲ ਸੰਜੀਵ ਮੋਂਗਿਆ ਜੀ, ਉਹਨਾਂ ਦੀ ਇਹਨਾਂ ਨੇ ਬਾਅਦ ਦੇ 3 ਟੁਕੜੇ ਕਰਤੇ ਸਰ। ਕਿ ਜਿਸ ਤਰ੍ਹਾਂ ਬਿੰਦਰਾ ਸਾਹਿਬ ਆਏ ਆ ਨਾ, ਉਹ ਜਿੱਦਾਂ ਕਿਸੇ ਨੂੰ ਸ਼ਹਿ ਦੇਤੀ ਹੁੰਦੀ ਹੈ ਨਾ, ਉਹਨੇ ਆਪਣੇ ਮੁੰਡੇ ਨੂੰ ਆਪਣੇ ਜਿਹੜੇ EMPLOYEES ਸੀਗੇ ਉਹਨਾਂ ਨੂੰ ਇਸ਼ਾਰਾ ਕਰਕੇ ਸ਼ਹਿ ਦੇਤੀ ਵੀ ਚੁੱਕ ਦੋ। ਮੇਰਾ ਦੋਸਤ ਕਰਨ ਗੋਇਲ ਜਿਹੜਾ ਕਿ IPL ਦਾ ਕ੍ਰਿਕਟਰ ਰਹਿ ਚੁੱਕਿਆ, ਉਹਦਾ ਇਹਨਾਂ ਨੇ ਸਿਰ ਖੋਲਤਾ। ਮੇਰੇ ਫਾਦਰ ਜਿਹੜੇ 62 ਸਾਲ ਦੇ ਨੇ, ਉਹਨਾਂ ਨੂੰ ਇਹਨਾਂ ਨੇ ਰੋਡਾਂ ਨਾਲ ਬੋਤਲਾਂ ਨਾਲ ਬਹੁਤ ਕੁੱਟਿਆ। ਮੇਰੇ ਫਾਦਰ ਇਨ ਲਾਅ ਸਾਹਿਬ, ਉਹਨਾਂ ਦੀ ਇਹਨਾਂ ਨੇ ਮਾਰ ਕੇ ਪਿੱਠ ਸੁਜਾਤੀ। ਅਸੀਂ ਪੁਲਿਸ ਨੂੰ ਇਤਲਾਹ ਕੀਤੀ, ਪੁਲਿਸ ਆਈ, ਪੁਲਿਸ ਨੇ ਦੇਖਿਆ ਸਾਡਾ ਕੀ ਹਾਲ ਸੀਗਾ। ACP ਸਰਾਭਾ ਨਗਰ ਥਾਣੇ ਹੀ ਵਾਸ ਸ਼ੌਕਡ ਕਿ ਯਾਰ ਇੰਨਾ ਬੁਰਾ ਹਾਲ ਕੀਤਾ ਮਾਰ ਕੇ ਤੁਹਾਡਾ। ਉਹਦੇ ਦੇਖਿਆ ਜਾਵੇ ਕਿ ਇਹਨਾਂ ਨੇ, ਇਹ ਕੋਈ ਲੜਾਈ ਨਹੀਂ ਸੀਗੀ ਜੀ, ਇਟ ਵਾਸ ਅ ਅਟੈਕ, ਇਟ ਵਾਸ ਅ ਅਸੌਲਟ। ਕਿ ਮੈਨੂੰ ਅੱਜ ਸਵੇਰ ਦੇ 100-150 ਫੋਨ ਆਇਆ ਹੋਣਾ, ਔਰ ਉਹਦੇ ਵਿੱਚ ਹਰ ਬੰਦੇ ਨੇ ਇੱਕੋ ਲਫ਼ਜ਼ ਕਿਹਾ, ਛੱਡਿਓ ਨਾ। ਸਿਟੀ ਹੋਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਜੇਸ਼ ਮਹਿਰਾ। ਲੁਧਿਆਣਾ ਦੇ ਸਾਊਥ ਸਿਟੀ ਇਲਾਕੇ ਦੇ ਵਿੱਚ ਇੱਕ ਨਿੱਜੀ ਹੋਟਲ ਦੇ ਵਿੱਚ 29 ਜੁਲਾਈ ਨੂੰ ਰਾਤ ਨੂੰ ਇੱਕ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਉਸ ਗੁੰਡਾਗਰਦੀ ਦੇ ਵਿੱਚ ਹੋਟਲ ਦੇ ਮਾਲਕ ਅਤੇ ਉਹਨਾਂ ਦੇ ਮੈਨੇਜਰ ਅਤੇ ਸਟਾਫ ਨੇ ਕਸਟਮਰਸ ਨੂੰ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਕੀ ਪੂਰਾ ਮਾਮਲਾ ਹੈ ਉਹ ਜਾਣਦੇ ਆ, ਜਿਨ੍ਹਾਂ ਨੇ ਸ਼ਿਕਾਇਤ ਕੀਤੀ ਹੈ। ਮੇਰੇ ਨਾਲ ਮੌਜੂਦ ਨੇ ਅਨੁਰੁੱਧ ਗਰਗ ਜੀ। ਗਰਗ ਜੀ, ਦੱਸੋ ਜਰਾ ਦਰਸ਼ਕਾਂ ਨੂੰ ਕੀ ਪੂਰਾ ਮਾਮਲਾ ਹੈ, ਇਹ ਕਿਉਂ ਕੁੱਟਮਾਰ ਕੀਤੀ ਉਹਨਾਂ ਨੇ, ਔਰ ਤੁਸੀਂ ਕਿਹਾ ਜਾਨਲੇਵਾ ਹਮਲਾ ਕੀਤਾ। ਨਮਸਕਾਰ ਜੀ ਸਰ, ਅਸੀਂ ਇੱਕ ਇਨਵੈਸਟਰ ਮੀਟ ਕਰ ਰਹੇ ਸੀ 29 ਤਰੀਕ ਫਰਾਈਡੇ ਨੂੰ ਬਕਲਾਵੀ 'ਚ। ਜਦੋਂ ਇਹ ਮੀਟ ਖਤਮ ਹੋਈ ਤੇ 11 ਵਜੇ ਕੋਈ ਬਿੱਲ ਨੂੰ ਲੈ ਕੇ ਥੋੜ੍ਹਾ ਜਿਹਾ ਡਿਸਪਿਊਟ ਵੀ ਨਹੀਂ ਕਹਿ ਸਕਦਾ, ਇੱਕ ਮਿਸਅੰਡਰਸਟੈਂਡਿੰਗ ਸੀਗੀ ਜਿਹੜਾ ਕਿ ਪਲੇਟਸ ਨੂੰ ਲੈ ਕੇ ਸੀਗੀ। ਬਕਲਾਵੀ ਇੱਕ ਬੈਂਕਟ ਹੈ ਤੇ ਇਹਨਾਂ ਨਾਲ ਜਦੋਂ ਅਸੀਂ ਬੁੱਕ ਕੀਤਾ ਤੇ ਫੰਕਸ਼ਨ ਸਟਾਰਟ ਕੀਤਾ, ਦੋਨੋਂ ਟਾਈਮ ਜੀ ਅਸੀਂ ਇਹਨਾਂ ਨਾਲ ਕਨਫਰਮ ਕੀਤਾ ਕਿ ਬਿਲਿੰਗ ਕਿਵੇਂ ਹੋਊਗੀ। ਇਹਨਾਂ ਨੇ ਕਿਹਾ ਜੀ ਪਰ ਪਲੇਟ ਸਿਸਟਮ ਦੇ ਹਿਸਾਬ ਨਾਲ ਹੋਊਗੀ। ਅਸੀਂ ਕਿਹਾ ਜੀ ਠੀਕ ਹੈ। ਸ਼ਾਮ ਨੂੰ 70 ਪਲੇਟਾਂ ਲੱਗੀਆਂ, ਅਸੀਂ ਕਿਹਾ ਜੀ 70 ਪਲੇਟਾਂ ਦਾ ਬਿੱਲ ਦੇ ਦਿਓ। ਇਹ ਕਹਿੰਦੇ ਜੀ 70 ਪਲੇਟਾਂ ਤਾਂ ਲੱਗੀਆਂ, ਤੁਹਾਡੀ ਗੱਲ ਠੀਕ ਹੈ, ਬਟ ਅਸੀਂ ਬਿੱਲ ਤੁਹਾਡੇ ਤੋਂ 98 ਬੰਦਿਆਂ ਦਾ ਲਵਾਂਗੇ। ਅਸੀਂ ਬੜੇ ਹੈਰਾਨ ਹੋਏ ਕਿ ਜੀ ਇਹਨਾਂ ਨੇ 50% ਬਿੱਲ ਹੀ ਵਧਾਤਾ, ਇਹ ਕਿਉਂ ਜੀ? ਇਹ ਕਹਿੰਦੇ ਜੀ ਤੁਹਾਡੇ 98 ਬੰਦਿਆਂ ਦੀ ਐਂਟਰੀ ਹੈ, ਸਨੇ ਤੁਹਾਡੇ DJ ਵਾਲੇ ਇਹ ਉਹ ਟੋਟਲ ਮਿਲਾ ਕੇ 98 ਬੰਦਿਆਂ ਦੀ ਐਂਟਰੀ ਹੈ। ਕਿ ਪਰ ਅਸੀਂ ਤਾਂ ਆਪਣੇ DJ ਵਗੈਰਾ ਵਾਸਤੇ ਸਾਨੂੰ 500 ਰੁਪਏ ਦੇ ਕੇ ਦੇ, ਤੁਹਾਡੀ ਇੰਨੀ ਮਹਿੰਗੀ ਪਲੇਟ ਉਹਨਾਂ ਨੇ ਯੂਜ਼ ਹੀ ਨਹੀਂ ਕੀਤੀ। ਕਹਿੰਦੇ ਜੀ ਸਾਨੂੰ ਕੋਈ ਲੈਣਾ ਦੇਣਾ ਨਹੀਂ ਕਿ ਯੂਜ਼ ਕੀਤੀ ਕਿ ਨਹੀਂ ਕੀਤੀ, ਆਹ ਬਿੱਲ ਤੁਹਾਡੇ ਸਾਹਮਣੇ ਰੱਖਦੇ ਆ, ਇਹਨੂੰ ਪੇ ਕਰੋਗੇ ਤਾਂ ਤੁਸੀਂ ਬਾਹਰ ਜਾ ਸਕਦੇ ਹੋ, ਜੇ ਨਹੀਂ ਕਰੋਗੇ ਤਾਂ ਤੁਸੀਂ ਬਾਹਰ ਨਹੀਂ ਜਾ ਸਕਦੇ। ਗੁਰਕੀਰਤ ਬਿੰਦਰਾ ਜੀ ਕੌਣ ਨੇ? ਇਹ ਬਿੰਦਰਾ ਜੀ ਦੇ ਜਾਂ ਤਾਂ ਭਤੀਜੇ ਨੇ ਜਾਂ ਬੇਟੇ ਨੇ, ਮੈਨੂੰ ਇਹਨਾਂ ਦੀ ਫੈਮਿਲੀ ਬਾਰੇ ਨਹੀਂ ਪਤਾ। ਉਹ ਆਂਦੇ ਆ, ਬੰਦੂਕ ਕੱਢ ਲੈਂਦੇ ਆ ਤੇ ਕਹਿੰਦੇ ਭਾਈ ਸਾਹਿਬ ਇਹ ਐਂ ਹੀ ਹੋਊਗਾ, ਇਹ ਬਿੱਲ ਦਿਓ ਤੇ ਜਾਓ, ਵਰਨਾ ਤੁਸੀਂ ਬਾਹਰ ਨਹੀਂ ਜਾ ਸਕਦੇ। ਮੇਰੇ ਫਾਦਰ ਜੋ ਥੱਲੇ ਪਹੁੰਚ ਚੁੱਕੇ ਸੀ, ਕਿਉਂਕਿ ਅਸੀਂ ਉਹਨਾਂ ਨੂੰ ਕਿਹਾ ਪਾਪਾ ਲੇਟ ਹੋ ਗਿਆ ਤੁਸੀਂ ਜਾਓ, ਉਹਨਾਂ ਨੂੰ ਇਹਨਾਂ ਦੇ ਗਾਰਡ ਨੇ ਡੰਡਾ ਦਿਖਾ ਕੇ ਰੋਕ ਲਿਆ, ਗੇਟ ਲੌਕ ਕਰਤੇ ਤੇ ਮਾਂ ਭੈਣ ਦੀਆਂ ਇਹਨਾਂ ਦੀ ਬਹੁਤ ਹੀ ਗੰਦੀਆਂ ਗਾਲਾਂ ਕੱਢੀਆਂ ਤੇ ਸਾਡੇ ਨਾਲ ਉੱਪਰ ਇਹਨਾਂ ਨੇ ਮਾਰ ਪਿਟਾਈ ਸ਼ੁਰੂ ਕਰਤੀ। ਘੱਟੋ ਇਹ 5 ਦੇ ਇਲਾਵਾ 5 ਕਿਹੜੇ ਸਾਡੇ ਬਿੰਦਰਾ ਜੀ, SS ਬਿੰਦਰਾ ਜੀ ਤੇ ਇਹਨਾਂ ਦੇ ਦੋਨੋਂ ਬੇਟੇ ਗੁਰਕੀਰਤ ਬਿੰਦਰਾ ਤੇ ਮਨਮੀਤ ਬਿੰਦਰਾ, ਇਹਨਾਂ ਦੇ 2 ਮੈਨੇਜਰ ਅਜੇ ਤੇ ਪਵਨ, ਅਲੋਂਗ ਵਿਦ ਐਟਲੀਸਟ 30 to 40 ਪੀਪਲ। ਇਹਨਾਂ ਨੇ ਕਿਚਨ ਚੋਂ ਆਪਣੇ ਚਾਕੂ, ਕਿਚਨ ਚੋਂ ਇਹ ਲੈ ਕੇ ਆਏ ਆਪਣੀ ਜਿਹੜੀ ਤੰਦੂਰ ਵਾਲੀ ਰੋਡਸ ਹੁੰਦੀਆਂ ਜਿੱਥੇ ਤੰਦੂਰ ਕਰਦੇ ਆ, ਸਟੀਲ ਦੀ ਰੋਡਸ, ਸ਼ਰਾਬ ਦੀਆਂ ਖਾਲੀ ਬੋਤਲਾਂ ਐਂਡ ਈਵਨ ਪਿਸਟਲ ਨਾਲ ਸਾਨੂੰ ਕੁੱਟਣਾ ਸ਼ੁਰੂ ਕੀਤਾ। ਪਿਸਟਲ ਇਹਨਾਂ ਨੇ ਮੇਰੇ ਉੱਤੇ ਪੁਆਇੰਟ ਕਰੀ ਤੇ ਉਹ ਤੋਂ ਬਾਅਦ ਘੱਟੋ ਘੱਟ 40-50 ਮਿੰਟ ਇਹ ਸਾਰੇ ਬੰਦੇ 30-40 ਬੰਦੇ ਸਾਨੂੰ 10-12-15 ਬੰਦਿਆਂ ਨੂੰ ਕੁੱਟਦੇ ਰਹੇ, ਮਾਰਦੇ ਰਹੇ। ਅਸੀਂ ਆਪਣੀ ਹੱਥ ਜੋੜ, ਮੈਨੂੰ ਯਾਦ ਹੈ ਮੈਂ ਸਿਰ ਤੇ ਹੱਥ ਰੱਖ ਕੇ ਆਪਣਾ ਸਿਰ ਬਚਾਉਂਦਾ ਰਿਹਾ। ਮੇਰੇ 2 ਵਾਰ ਇਹਨਾਂ ਨੇ ਰੋਡ ਮਾਰੀ। ਮੇਰਾ ਦੋਸਤ ਕਰਨ ਗੋਇਲ ਜਿਹੜਾ ਕਿ IPL ਦਾ ਕ੍ਰਿਕਟਰ ਰਹਿ ਚੁੱਕਿਆ, ਉਹਦਾ ਇਹਨਾਂ ਨੇ ਸਿਰ ਖੋਲਤਾ। ਮੇਰੇ ਫਾਦਰ ਜਿਹੜੇ 62 ਸਾਲ ਦੇ ਨੇ, ਉਹਨਾਂ ਨੂੰ ਇਹਨਾਂ ਨੇ ਰੋਡਾਂ ਨਾਲ ਬੋਤਲਾਂ ਨਾਲ ਬਹੁਤ ਕੁੱਟਿਆ। ਮੇਰੇ ਫਾਦਰ ਇਨ ਲਾਅ ਸਾਹਿਬ,
ਉਹਨਾਂ ਦੀ ਇਹਨਾਂ ਨੇ ਮਾਰ ਕੇ ਪਿੱਟ ਸੁਜਾਤੀ। ਮੇਰੇ ਅੰਕਲ ਸੰਜੀਵ ਮੋਂਗਿਆ ਜੀ, ਉਹਨਾਂ ਦੀ ਇਹਨਾਂ ਨੇ ਬਾਹ ਦੇ 3 ਟੁਕੜੇ ਕਰਤੇ ਸਰ। ਤੇ ਅਸੀਂ ਇੰਨੇ ਟਰਾਮਾਟਾਈਜ਼ ਹੋ ਗਏ, ਆਪਣੀ ਜਾਨ ਬਚਾ ਕੇ ਭੱਜੇ। ਜਦੋਂ ਅਸੀਂ ਭੱਜ ਰਹੇ ਸੀ, ਤੁਸੀਂ ਸੀਸੀਟੀਵੀ ਵੀਡੀਓ ਦੇਖੋ, ਖੂਨ ਹੀ ਖੂਨ ਹੋਇਆ ਪਿਆ ਸੀ ਉੱਥੇ। ਸਾਡੇ ਸਾਰੇ ਕੱਪੜੇ ਖੂਨ ਨਾਲ ਸਨੇ ਪਏ ਸੀ। ਤੇ ਉਸ ਤੋਂ ਬਾਅਦ ਅਸੀਂ ਡੀਐਮਸੀ ਗਏ। ਡੀਐਮਸੀ ਜਾ ਕੇ ਆਈ ਵਾਸ ਆਲਮੋਸਟ ਅਨਕੌਂਸ਼ੀਅਸ। ਉੱਥੇ ਜਾ ਕੇ ਅਸੀਂ ਪੁਲਿਸ ਨੂੰ ਇਤਲਾਹ ਕੀਤੀ। ਪੁਲਿਸ ਆਈ, ਪੁਲਿਸ ਨੇ ਦੇਖਿਆ ਸਾਡਾ ਕੀ ਹਾਲ ਸੀਗਾ। ਏਸੀਪੀ ਸਰਾਭਾ ਨਗਰ ਥਾਣੇ, ਹੀ ਵਾਸ ਸ਼ੌਕਡ ਕਿ ਯਾਰ ਇੰਨਾ ਬੁਰਾ ਹਾਲ ਕੀਤਾ ਮਾਰ ਕੇ ਤੁਹਾਡਾ। ਐਂਡ ਉਹਨਾਂ ਨੇ ਇਫੈਕਟਿਵ ਡਿਸੀਜਨ ਲੈਂਦੇ ਹੋਏ ਇਹਨਾਂ ਤੇ 307 ਦਾ 323 ਦਾ ਆਰਮਸ ਐਕਟ ਦਾ ਪਰਚਾ ਕੀਤਾ। ਐਂਡ ਅਗਲੇ ਦਿਨ ਜਦੋਂ ਇਹ ਪਰਚਾ ਹੋ ਗਿਆ, ਉਸ ਤੋਂ ਬਾਅਦ ਅਰੈਸਟ ਹੋਣੀ ਚਾਹੀਦੀ ਸੀ ਜੀ, ਅਰੈਸਟ ਨਹੀਂ ਹੋਈ ਹੈ ਹੁਣ ਤੱਕ। ਸਾਨੂੰ ਲੱਗਦਾ ਕਿ ਪੁਲਿਸ ਤੇ ਅਨਡਿਊ ਪ੍ਰੈਸ਼ਰ ਪਾਇਆ ਜਾ ਰਿਹਾ, ਉਹਨਾਂ ਨੂੰ ਫਾਲਸ ਚੀਜ਼ਾਂ ਦੱਸੀਆਂ ਜਾ ਰਹੀਆਂ। ਜਿਹੜੀ ਸੀਸੀਟੀਵੀ ਫੁਟੇਜ ਸੀ ਇਹਨਾਂ ਦੀ, ਜੋ ਅਸੀਂ 5-6 ਘੰਟੇ ਇੱਥੇ ਲਾਏ ਹੈ, ਉਹ ਸਾਰੀ ਇਹਨਾਂ ਕੋਲ ਹੋਊਗੀ ਜਾਂ ਸ਼ਾਇਦ ਪੁਲਿਸ ਕੋਲ ਹੋਊਗੀ। ਉਹਦੇ 'ਚ ਦੇਖਿਆ ਜਾਵੇ ਕਿ ਇਹਨਾਂ ਨੇ, ਇਹ ਕੋਈ ਲੜਾਈ ਨਹੀਂ ਸੀਗੀ ਜੀ, ਇਟ ਵਾਜ਼ ਅ ਅਟੈਕ, ਇਟ ਵਾਜ਼ ਅ ਅਸੌਲਟ। ਤੇ ਸਾਨੂੰ ਬਹੁਤ ਡਰ ਲੱਗ ਰਿਹਾ। ਸਾਨੂੰ ਥ੍ਰੈਟ ਕਾਲਸ ਆ ਰਹੀਆਂ ਸਟਾਰਟਿੰਗ ਆਲ ਦਾ ਵੇ ਫਰੋਮ ਬਿੰਦਰਾ ਜੀ। ਇਹਨਾਂ ਨੇ ਸਾਨੂੰ 6-7 ਵਾਰ ਫੋਨ ਕੀਤਾ ਟੂ ਵੇਰੀਅਸ ਫॉर ਕੰਪਰੋਮਾਈਜ਼ ਲਈ। ਸਾਨੂੰ ਹੋਰ ਕਾਲ ਆਈਆਂ, ਬਿੰਦਰਾ ਜੀ ਦੀ ਥ੍ਰੈਟ ਕਾਲ ਵੀ ਆਈ। ਤੇ ਲੁਧਿਆਣਾ ਦੀ ਸ਼ਖਸ ਦੀ ਅਸੀਂ ਸਭ ਨੂੰ ਇਹੀ ਪੁੱਛਣਾ ਚਾਹੁੰਦੇ ਹਾਂ ਕਿ ਇੰਨੀ ਮਾਰ ਖਾ ਕੇ, ਇੰਨਾ ਅਸੌਲਟ ਹੋ ਕੇ ਅਸੀਂ ਕੰਪਰੋਮਾਈਜ਼ ਇਹਨਾਂ ਤੋਂ ਕਿਉਂ ਕਰੀਏ? ਜੇ ਅਸੀਂ ਅੱਜ ਕੰਪਰੋਮਾਈਜ਼ ਕਰ ਲਿਆ, ਇਹ ਲੁਧਿਆਣਾ ਦੇ ਬਾਕੀ ਬੰਦੇ ਨਾਲ ਐਂ ਬਿਹੇਵ ਕਰਦੇ ਰਹਿਣਗੇ। ਐਂਡ ਲੁਧਿਆਣਾ ਵਿਲ ਨਾਟ ਬੀ ਅ ਸੇਫ ਪਲੇਸ ਟੂ ਲਿਵ ਵਿਦ ਥੀਸ ਪੀਪਲ ਰੋਮਿੰਗ ਫ੍ਰੀ ਇਨ ਲੁਧਿਆਣਾ। ਤੁਸੀਂ ਵੀ ਗਲੇ 'ਚ ਪੱਟਾ ਬੰਨਿਆ ਹੋਇਆ, ਹੋਰ ਤੁਹਾਡੇ ਕਿੱਥੇ ਸੱਟਾਂ ਲੱਗੀਆਂ? ਸਰ ਮੇਰੀ ਮੇਨਲੀ ਮੇਰੇ ਸਿਰ ਦੇ ਪਿੱਛੇ ਜਿੱਥੇ ਆਪਣੀ ਲੋਬ ਹੁੰਦੀ ਹੈ, ਇੱਥੇ ਇਹਨਾਂ ਨੇ 2 ਵਾਰ ਲੋਹੇ ਦੀ ਛੜਾ ਨਾਲ, ਵੀਡੀਓ 'ਚ ਤੁਹਾਨੂੰ ਦਿਖੂਗਾ ਜੇ ਸੀਸੀਟੀਵੀ ਵੀਡੀਓ ਪ੍ਰੋਵਾਈਡ ਕਰਨਗੇ, ਇਹਨਾਂ 2 ਵਾਰ ਲੋਹੇ ਦੀ ਛੜ ਨਾਲ ਅਟੈਕ ਕੀਤਾ। ਮੈਂ ਉੱਥੇ ਹੀ ਇੱਕ ਸੋਫਾ ਪਿਆ ਸੀ, ਉੱਥੇ ਗਿਰ ਗਿਆ। ਡਾਕਟਰ ਸਾਹਿਬ ਨੂੰ ਦਿਖਾਇਆ, ਸੀਸੀਟੀਵੀ ਸਕੈਨ ਵਗੈਰਾ ਕਰਾਇਆ। ਡਾਕਟਰ ਸਾਹਿਬ ਨੇ ਕਿਹਾ ਬਹੁਤ ਜ਼ਿਆਦਾ ਚੋਟ ਲੱਗੀ ਹੈ, ਬਹੁਤ ਜ਼ਿਆਦਾ ਸੋਜਿਸ਼ ਹੈ। ਮੈਨੂੰ ਟੋਟਲ ਬੈੱਡ ਰੈਸਟ ਇਹਨਾਂ ਨੇ ਰਿਕਮੈਂਡ ਕੀਤਾ ਹੈ। ਬਹੁਤ ਜ਼ਿਆਦਾ ਸਾਡੇ ਪੇਨ ਹੈ ਜੀ। ਬਿੰਦਰ ਜੀ ਦੱਸੋ, ਅਨੁਜ ਜੀ, ਬਿੰਦਰਾ ਜੀ ਕਦੋਂ ਆਏ ਜਦੋਂ ਤੁਹਾਡੀ ਗੱਲਬਾਤ ਚੱਲਦੀ ਸੀ, ਤੇ ਲੜਾਈ ਦਾ ਪੁਆਇੰਟ ਸਟਾਰਟ ਕਿੱਦਾਂ ਹੋਇਆ? ਕਿਉਂ ਉਹਨਾਂ ਨੇ ਉਸੇ ਵੇਲੇ ਜਿਹੜਾ ਹੈ ਇੰਨਾ ਅਗਰੈਸਿਵ ਜਿਹੜਾ ਰੂਟ ਲਿਆ? ਆਈ ਥਿੰਕ ਸਰ ਪਿਛਲੇ 4-5 ਸਾਲ 'ਚ ਬਿੰਦਰਾ ਜੀ ਨੇ ਜੋ ਕਰਪਸ਼ਨ ਕੀਤੀ ਹੈ ਲੁਧਿਆਣੇ ਸ਼ਹਿਰ ਵਿੱਚ, ਅਸੀਂ ਸਾਰੇ ਉਹਦੇ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਝੇਲੀ ਹੈ ਉਹ ਕਰਪਸ਼ਨ। ਇਸ 4-5 ਸਾਲ 'ਚ ਇਹਨਾਂ ਨੇ ਜੋ ਵੈਲਥ ਅਕਿਊਮੂਲੇਟ ਕੀਤੀ ਹੈ ਗਲਤ ਕੰਮਾਂ ਨਾਲ, ਲੋਕਾਂ ਦੀ ਜ਼ਮੀਨਾਂ ਦੱਬ ਕੇ, ਲੋਕਾਂ ਤੋਂ ਅਨਨੈਸੈਸਰੀ ਪੈਸੇ ਲੈ ਕੇ ਬਿਲਡਿੰਗਾਂ ਦੇ ਨਕਸ਼ੇ ਪਾਸ ਕਰਨ ਲਈ, ਇਹਨਾਂ ਚੀਜ਼ਾਂ ਤੋਂ ਇਹਨਾਂ 'ਚ ਇੰਨਾ ਅਹਿਮ ਆ ਗਿਆ ਹੈ ਕਿ ਆਮ ਨਾਗਰਿਕ ਨੂੰ ਇਹ ਆਮ ਨਾਗਰਿਕ ਨਹੀਂ ਸਮਝਦੇ। ਇਹ ਅਹਿਮ ਦਾ ਮੇਨ ਰੀਜ਼ਨ ਸੀਗਾ ਕਿ ਬਿੰਦਰਾ ਜੀ ਰੈਦਰ ਦੈਨ ਸੋਲਵਿੰਗ ਦਾ ਪ੍ਰੋਸੈਸ ਬੀਇੰਗ ਅ ਸੀਨੀਅਰ, ਹੀ ਸਟਾਰਟਡ ਹਿਟਿੰਗ ਅਸ। ਮੈਨੂੰ ਅੱਜ ਵੀ ਯਾਦ ਹੈ, ਤੁਸੀਂ ਸੋਚ ਕੇ ਦੇਖੋ ਸਰ ਕਿ ਜਦੋਂ ਬਿੰਦਰਾ ਜੀ ਆਪਣੇ ਮੁੰਡੇ ਨੂੰ ਕਹਿੰਦੇ ਆਪਣੇ ਕੋਲ 2000 ਏਕੜ ਜਗ੍ਹਾ ਹੈ, ਇੱਕ ਅੱਧਾ ਮਾਰਦੇ ਕੋਈ ਚੱਕਰ ਨਹੀਂ, ਆਪਾਂ ਦੇਖ ਲਾਂਗੇ। ਤੁਸੀਂ ਗੂਗਲ ਖੋਲ ਕੇ ਦੇਖੋ ਸਰ, ਬਿੰਦਰਾ ਜੀ, ਤੁਸੀਂ ਬਸ ਇੰਨਾ ਲਿਖੋ ATP ਬਿੰਦਰਾ, 20-25 ਪੇਜਸ ਖੁੱਲਣਗੇ। ਉਹਨਾਂ 'ਚੋਂ ਇੱਕ ਵੀ ਪੇਜ ਇਹਨਾਂ ਦੀ ਕੋਈ ਤਾਰੀਫ ਨਹੀਂ ਕਰਦਾ। ਸਭ ਕਦੇ ਇਨਕਮ ਟੈਕਸ, ਕਦੇ ਲੈਂਡ ਗ੍ਰੈਬਿੰਗ, ਕਦੇ ਰਿਸ਼ਵਤ, ਇਹੀ ਚੀਜ਼ ਦਿਖਦੀ ਹੈ। ਇਹ ਸਾਡੀ ਆਪਣੀ ਆਮ ਆਦਮੀ ਪਾਰਟੀ ਸਰਕਾਰ ਤੇ ਕਰੰਟ ਗਵਰਨਮੈਂਟ ਦੇ ਮੋਟੋ ਦੇ ਬਿਲਕੁਲ ਖਿਲਾਫ ਲੋਕ ਨੇ। ਠੀਕ ਹੈ ਜੀ, ਇਹ ਕਰਪਸ਼ਨ ਦੇ ਮਾਡਲ ਨੇ। ਮੈਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ, ਸਾਡੇ ਆਨਰੇਬਲ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਨੂੰ ਇਹਨਾਂ ਤੇ ਸਟ੍ਰਿਕਟੈਸਟ ਐਕਸ਼ਨ ਲੈਣਾ ਚਾਹੀਦਾ ਹੈ। ਬਕਲਾਵੀ ਰੈਸਟੋਰੈਂਟ ਨੂੰ ਟਿਲ ਦਿਸ ਇਜ਼ ਸੋਲਵਡ, ਕਿਉਂਕਿ ਉਹ ਸਾਡੀ ਜਗ੍ਹਾ ਹੈ ਜਿੱਥੇ ਇਹ ਇਨਸੀਡੈਂਟ ਹੋਇਆ ਸੀ, ਉਹਨੂੰ ਸੀਲ ਕਰਨਾ ਚਾਹੀਦਾ ਹੈ ਤੇ ਬਿੰਦਰਾ ਜੀ ਨੂੰ ਆਪਣੀ ਪੋਸਟ ਤੋਂ ਬਰਖਾਸਤ ਕਰਨਾ ਚਾਹੀਦਾ ਹੈ ਟਿਲ ਫਰਦਰ ਐਕਸ਼ਨ ਇਜ਼ ਟੇਕਨ ਐਂਡ ਦਿਸ ਕੇਸ ਇਜ਼ ਸੋਲਵਡ। ਬਿਲਕੁਲ ਇਹਨਾਂ ਨੂੰ ਬਰਖਾਸਤ ਕਰਨਾ ਚਾਹੀਦਾ, ਕਿਉਂਕਿ ਸਰਕਾਰੀ ਅਹੁਦੇ ਤੇ ਨੇ ਔਰ ਆਪਣਾ ਪ੍ਰਾਈਵੇਟ ਬਿਜ਼ਨਸ ਵੀ ਚਲਾ ਰਹੇ ਨੇ। ਮੇਰੇ ਨਾਲ ਹੋਰ ਬੈਠੇ ਨੇ ਭਾਈ ਸਾਹਿਬ ਕੀ ਨਾ ਤੁਹਾਡਾ ਵੀ ਮੈਂ ਦੇਖਿਆ, ਹਜਰਾ ਹੱਥ ਦਿਖਾਣਾ ਸਾਡੇ ਕਿਤੇ ਤੁਹਾਡੇ ਵੀ ਸੱਟਾਂ ਲੱਗੀਆਂ, ਤੁਸੀਂ ਦਿਖਾ ਰਹੇ ਸੀ ਹੁਣੀ ਮੀਡੀਆ ਨੂੰ, ਤੇ ਇੱਥੇ ਵੀ ਦਿਖਾ ਦਿਓ ਕਿ ਤੁਹਾਡੇ ਵੀ ਰੌਡ ਵਗੈਰਾ ਲਾਈਆਂ ਉਹਨਾਂ ਨੇ। ਆਹ ਵਾਲੀ ਹੈ? अच्छा, तुसी भी उत्थे प्रेजेंट सीगे जी? जी हाँ जी, तो इवेंट में मैं उधर ही था। तो पहले सिचुएशन को काम ही करने की कोशिश कर रहे थे, बट आई थिंक एक एटीट्यूड होता है, कोई काम करना चाहता है, कईयों का आदत होती है कि लड़ाई करनी है, तो उन्होंने सीधे गन वगैरह निकाली और अटैक जो शुरू किया,
उससे हम सारे सहम गए। तो हमारा फर्स्ट रिएक्शन यही था कि अपने आप को बचाओ और अपने जो एल्डर्स हैं उनको बचाओ। जो फादर्स हैं, अंकल्स हैं, सारे जो हम थे, तो उनको पहले बचाने में लगे हुए थे। कितने लोगों को आप समझते हो अभी हॉस्पिटलाइज फर्स्ट एड अराउंड 7-8 लोग थे जो सीधे हॉस्पिटल पहले रश किए थे, क्योंकि एक्सट्रीम पेन था उस टाइम पे। तो फिर सारा मेडिकल लीगल पूरा वो सारा करके, और फिर इंजेक्शंस वगैरह अभी भी वो तो लग रहे हैं पेन किलर्स, और फिर कईयों की सर्जरीज हैं, 3-4 जनों की सर्जरीज हुई हैं, तो वो भी चल रहा है प्रोसेस। देखिए सिंपल है, जस्टिस डिलेड इज जस्टिस डिनाइड। तो यही रिक्वेस्ट रहेगी जल्दी से जल्दी पुलिस अपनी कार्रवाई करे और हमें सिक्योरिटी ज़रूर दे, क्योंकि अगर 20-22-23 साल के बच्चे और ऐसे गन लेके कभी भी निकाल सकते हैं तो इट इज़ नॉट सेफ फॉर सिटी। आप कह रहे हो स्टाफ ने भी हमला किया था, स्टाफ और प्लस मैनेजर है और वो आपके मेरे बंधु हैं, उनके फैमिली ने उन्होंने अटैक किया था, उनमें से किसी को अभी तक गिरफ्तार किया गया? नहीं, अभी तक जहाँ तक मेरी नॉलेज है किसी को गिरफ्तार नहीं किया गया। सारे के सारे क्या प्रेजेंट नहीं है हॉस्पिटल में? नहीं, मुझे मतलब आइडिया नहीं है ऑनेस्टली, बट जो हाँ किसी को गिरफ्तार नहीं किया? पुलिस ने अभी तक किसी ने किसी को गिरफ्तार नहीं किया है। वी आर होपिंग कि ये एक्शन जल्दी लिया जाए आपके माध्यम से। हमने देखा वीडियो में भी जो लड़के थे उसके लगी हुई थी खाने को, क्या आपने इस्तेमाल किया, उससे पूछा तो क्या वो लाइसेंस ही था या अनलाइसेंस था? जी अभी तक नहीं पूछा, बट हम ये ज़रूर बोलना चाहेंगे कि चाहे वो लाइसेंस और अनलाइसेंस, ये इट्स वेरी इंपॉर्टेंट कि ऐसी सिचुएशंस में निकलना अलाउड नहीं होना चाहिए। आई थिंक एक रिस्पॉन्सिबल चीज़ है, रिस्पॉन्सिबिलिटी के साथ ही कोई रखता है, तो इसके लिए ज़रूर है कि आम लाइसेंस कैंसिल होना चाहिए अगर ऐसी सिचुएशंस पर निकले तो। वेपन रिकवरी भी होना चाहिए। हाँ, वेपन भी रिकवरी होनी चाहिए जहाँ जिससे मारा है हमें। ਸਾਡੇ ਨਾਲ ਜੁੜੇ ਨੇ ਬ੍ਰਿਜਮੋਹਨ ਜੀ, ਜਿਹੜੇ ਵੀ ਉੱਥੇ ਪ੍ਰੈਜ਼ੀਡੈਂਟ ਸੀਗੇ। ਇਹਨਾਂ ਤੇ ਵੀ ਕੁੱਟਮਾਰ ਹੋਈ ਹੈ, ਇਹਨਾਂ ਨੇ ਦਿਖਾਈਆਂ ਆਪਣੇ, ਇਹਨਾਂ ਦੀ ਲੈਗਸ ਤੇ ਵੀ ਬਹੁਤ ਰੋਡ ਮਾਰੀ ਆ, ਗਰਦਨ ਤੇ ਵੀ, ਇਹਨਾਂ ਦੇ ਸ਼ੋਲਡਰ ਤੇ ਵੀ। ਅਸੀਂ ਤੁਹਾਨੂੰ ਦਿਖਾਵਾਂਗੇ ਦਰਸ਼ਕਾਂ ਨੂੰ, ਲੇਕਿਨ ਪਹਿਲਾਂ ਗੱਲ ਕਰ ਲੈਂਦੇ ਹਾਂ। ਬ੍ਰਿਜਮੋਹਨ ਜੀ, ਕੀ ਉੱਥੇ ਹਾਦਸਾ ਹੋਇਆ ਸੀ? ਸਾਰਿਆਂ ਨੂੰ ਦੱਸ ਤਾਂ ਦਿੱਤਾ ਸਾਨੂੰ, ਲੇਕਿਨ ਤੁਸੀਂ ਦੱਸੋ ਤੁਸੀਂ ਕੀ ਦੇਖਿਆ? ਤੁਹਾਡੇ ਨਾਲ ਕਿਉਂ ਇਦਾਂ ਮਾਰ ਕੁਟਾਈ ਕੀਤੀ? ਸ਼ਰਤ ਕੋਈ ਦੇਖੋ ਜੀ, ਇਹ ਜਿਹੜੀ ਲਾਈਨ ਹੈਗੀ ਹੈ ਹਸਪੀਟੈਲਿਟੀ ਦੀ ਲਾਈਨ ਹੈ, ਮੈਂ ਆਪਣੀ ਲਾਈਫ ਦੇ ਵਿੱਚ ਕਦੀ ਵੀ ਇਹ ਚੀਜ਼ ਨਹੀਂ ਦੇਖੀ ਕਿ ਇੰਨੀ ਕੁੱਟਮਾਰ ਹੋਊਗੀ। ਔਰ ਉਹਨਾਂ ਨੇ ਮਤਲਬ ਕਿ ਉਸ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਂਦਾ, ਤੁਹਾਨੂੰ ਮੋਟੀ ਮੋਟੀ ਗੱਲ ਸੁਣਾਉਂਦਾ ਕਿ ਜਿਸ ਟਾਈਮ ਬਿੰਦਰਾ ਸਾਹਿਬ ਆਏ ਆ ਨਾ, ਉਹ ਜਿੱਦਾਂ ਕਿਸੇ ਨੂੰ ਸ਼ਹਿਦ ਦੇਤੀ ਹੁੰਦੀ ਹੈ ਨਾ, ਉਹਨੇ ਆਪਣੇ ਮੁੰਡੇ ਨੂੰ, ਆਪਣੇ ਜਿਹੜੇ EMPLOYEES ਸੀਗੇ, ਉਹਨਾਂ ਨੂੰ ਇਸ਼ਾਰਾ ਕਰਕੇ ਸ਼ਹਿਦ ਦੇਤੀ ਵੀ ਚੁੱਕ ਦੋ। ਉਸ ਤੋਂ ਬਾਅਦ ਸਭ ਨੂੰ ਜ਼ਿਆਦਾ ਜਿਹੜੇ ਸਾਡੇ ਆਪਣੇ ਬੰਦੇ ਸੱਟਾਂ ਲੱਗੀਆਂ ਨਾ, ਇਹ ਉਸ ਤੋਂ ਬਾਅਦ ਹੀ ਕੰਮ ਹੋਇਆ। ਬਿੰਦਰਾ ਦੇ ਆਉਣ ਨਾਲ ਹੀ ਸਾਰਾ ਕੁਝ ਜਿਹੜਾ ਉਹ ਜਦੋਂ ਆਏ ਉਸ ਤੋਂ ਪਹਿਲਾਂ ਸ਼ਾਂਤ ਸੀ, ਕੋਈ ਉਹ ਇੰਨਾ ਨਹੀਂ, ਥੋੜੇ ਬਹੁਤ ਧੱਕਾ ਜੋ ਵੀ ਸੱਟ ਲੱਗੀ ਹੈ, ਪਰ ਉਸ ਤੋਂ ਬਾਅਦ ਉਹਨਾਂ ਨੇ ਉਹ ਜਿਹੜੀਆਂ ਰੋਡਸ ਲੈ ਕੇ ਉਹ ਸਿਰਾਂ ਤੇ ਇਹ ਨਹੀਂ ਦੇਖਿਆ ਕਿੱਥੇ ਲੱਤਾਂ ਤੇ ਮਾਰਨੀਆਂ, ਸਿਰਾਂ ਤੇ ਮਾਰੀਆਂ, ਜਿੱਥੇ ਲੱਗਿਆ ਉਹਨਾਂ ਨੇ ਮਾਰਨੀ ਸ਼ੁਰੂ ਕਰਤੀ। ਉਹ ਅਸੀਂ ਮੈਂ ਤੇ ਸੰਜੀਵ ਹੋ ਗਿਆ ਜਿਨ੍ਹਾਂ ਦਾ ਫ੍ਰੈਕਚਰ ਹੋਇਆ, ਅਸੀਂ ਆਪਣੀ ਉੱਥੋਂ ਲੈ ਕੇ 69 ਤੱਕ ਭੱਜ ਕੇ ਗਏ ਆ। ਪਿੱਛੇ ਸਾਡੇ 4 ਬੰਦੇ ਭੱਜੇ ਆ, ਤੁਸੀਂ ਉਹ ਕੈਮਰੇ ਦੇਖ ਸਕਦੇ ਹੋ, ਸਾਨੂੰ ਭੱਜ ਕੇ ਇਹਨਾਂ ਨੇ ਮਾਰਿਆ। ਕੈਮਰੇ ਦੀ ਗੱਲ ਕੀਤੀ ਹੈ, CCTV ਕੈਮਰੇ ਦੀ, ਉਹਨਾਂ ਦੀ ਤੁਸੀਂ ਪੁਲਿਸ ਨੂੰ ਕਿਹਾ ਨਹੀਂ ਵੀ ਉਹਨਾਂ ਦਾ CCTV ਕੈਮਰੇ ਦੀ ਫੁਟੇਜ ਦਿਓ? ਬਾਹਰਲੀ ਆਊਟਸਾਈਡ ਦੀ ਹੈਗੀ ਹੈ, Inside ਅੰਦਰ ਦਾ ਚਲੋ ਜੋ ਹੈਗੀ ਹੈ, ਤੇ ਇਹਨਾਂ ਨੇ ਉਹ ਜੋ ਕੀਤਾ। ਉਹ ਦੂਜੀ ਗੱਲ ਮੈਂ ਤੁਹਾਨੂੰ ਅੱਜ ਦੀ ਗੱਲ ਸੁਣਾਉਂਦਾ ਪਿਆ ਕਿ ਮੈਨੂੰ ਅੱਜ ਸਵੇਰ ਦੇ 100-150 ਫੋਨ ਆਇਆ ਹੋਣਾ, ਔਰ ਉਹਦੇ ਵਿੱਚ ਹਰ ਬੰਦੇ ਨੇ ਇੱਕੋ ਲਫ਼ਜ਼ ਕਿਹਾ, ਛੱਡਿਓ ਨਾ, ਇਹ ਬੰਦੇ ਠੀਕ ਨਹੀਂ ਹੈ, ਛੱਡਿਓ ਨਾ, ਕੇਸ ਵਾਪਸ ਨਾ ਲਈਓ। ਇਹ ਕਿਉਂ ਕਹਿ ਰਿਹਾ ਇੰਨਾ ਬੰਦਾ? ਇੱਕ ਬੰਦੇ ਨੇ ਵੀ ਨਹੀਂ ਕਿਹਾ ਯਾਰ ਆਪਾਂ ਲੜਾਈ ਝਗੜੇ 'ਚ ਕੀ ਪਿਆ। ਕਹਿੰਦੇ ਨਹੀਂ ਯਾਰ ਇਹਨਾਂ ਨੇ ਬੜਾ ਜ਼ੁਲਮ ਕੀਤਾ ਹੈ ਲੁਧਿਆਣੇ ਸ਼ਹਿਰ 'ਤੇ, ਉਹ ਬਹੁਤ ਬੰਦਿਆਂ ਨੂੰ ਤੰਗ ਕੀਤਾ ਹੈ, ਤੇ ਇਹਨਾਂ ਨੂੰ ਛੱਡਿਓ ਨਾ। ਇਹ ਹਰ ਬੰਦੇ ਦੀ ਮੇਰੇ ਕੋਲ 100-150 ਫੋਨ ਆ ਚੁੱਕਾ ਨਾ, ਯੂ ਕੈਨ ਚੈੱਕ ਇਟ, ਕਿ ਇਹਨਾਂ ਦਾ ਕੀ ਰੈਪੂਟੇਸ਼ਨ ਹੈ, ਕਿਉਂ ਹਰ ਕੋਈ ਬੰਦਾ ਇਹ ਚੀਜ਼ ਨੂੰ ਕਹਿ ਰਿਹਾ, ਕਿ ਕਿਉਂ ਨਹੀਂ ਇਹ ਕਹਿੰਦਾ ਪਿਆ ਕਿ ਜਾਂ ਕੰਪਰੋਮਾਈਜ਼ ਕਰ ਲਓ, ਕਿਉਂਕਿ ਇਹਨਾਂ ਦੇ ਇਹ ਹਾਲਤ ਇੱਦਾਂ ਦੇ ਹੈ। ਉਹ ਇਸ ਤੋਂ ਪਹਿਲਾਂ ਵੀ 3-4 ਵਾਰੀ ਇਹਨਾਂ ਦੇ ਰੈਸਟੋਰੈਂਟ ਦੇ ਵਿੱਚ ਇਹ ਕੰਮ ਹੋ ਚੁੱਕਾ ਹੈ। ਇਹ ਤਾਂ ਹਸਪੀਟੈਲਿਟੀ ਵਾਲੀ ਲਾਈਨ ਹੈ, ਇਹਦੇ ਵਿੱਚ ਤਾਂ ਮਤਲਬ ਕਿ ਅਗਰ ਕਿਸੇ ਨਾ ਕੋਈ ਪੰਗਾ ਪੰਦਾ ਬੈਠ ਕੇ ਸੌਲਟ ਹੋ ਜਾਂਦਾ ਹੈ। ਇਹ ਮਤਲਬ ਇਹ ਥੋੜੀ ਤੁਸੀਂ ਪੱਥਰ ਮਾਰ ਦਿਓ, ਛਰੇ ਮਾਰ ਦਿਓ, ਡੰਡੇ ਮਾਰ ਦਿਓ, ਰਿਵਾਲਵਰ ਦਿਖਾ ਦਿਓ, ਜਾਂ ਵਾਟ ਇਜ਼ ਦਿਸ? ਇਟ ਇਜ਼ ਇਹ ਕੋਈ ਇਸ ਲਾਈਨ ਦੀ ਇਹ ਪਰਿਭਾਸ਼ਾ ਨਹੀਂ ਹੈ।
ਬਾਦਰ ਕਹਿ ਰਹੇ ਸੀਗੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਸਾਨੂੰ ਕੰਪਰੋਮਾਈਜ਼ ਹੀ ਬੜਾ ਕਰ ਰਹੇ ਆ। ਇਹਨਾਂ ਨੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਹੋਇਆ ਹੈ। ਮੇਰੇ ਵੀ ਕਿਸੇ ਦੋਸਤਾਂ ਤੋਂ ਕੋ ਆਇਆ ਹੀ ਆਇਆ ਕਰੋ ਕੰਪਰੋਮਾਈਜ਼ ਕਰ ਲਓ, ਕੋਈ ਫਾਇਦਾ ਕਿਉਂ ਕਰੀਏ ਕੰਪਰੋਮਾਈਜ਼। ਸਾਡੇ ਬੱਚੇ ਉੱਥੇ ਹਸਪੀਟਲ ਦੇ ਵਿੱਚ ਮਰਦੇ ਪਏ ਆ। ਤੁਸੀਂ ਡੀਪਲੀ ਦੇਖੋ, ਮੇਰਾ माई कज़न इज़ ए न्यूरो सर्जन, उसको मैंने वो दिखाई, कहना भैया है कि ज़रा कि ज़्यादा लग जाती है ना बंदे डेथ हो जानी सी, इन्ना डीप गया होया घट। सो ਇਹਨਾਂ ਨੂੰ ਮਤਲਬ ਕਿ ਪੁਲਿਸ ਨੂੰ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ। ਹੁਣ ਅਗਰ FIR ਦਰਜ ਹੋ ਚੁੱਕੀ ਹੈ, ਹੁਣ ਦੇਖੋ ਜੀ ਕਿੰਨਾ ਟਾਈਮ ਹੋ ਗਿਆ, ਹੁਣ ਹਜੇ ਤੱਕ ਪੁਲਿਸ ਨੇ ਅਰੈਸਟ ਨਹੀਂ ਪਾਈ। ਉਹ ਸਾਨੂੰ ਆਪਣੀ ਜਾਨਾਂ ਤੇ ਡਰ ਹੈ, ਧਮਕੀਆਂ ਜਿੱਦਾਂ ਦੇ ਰਹੇ ਹੈਗੇ ਜਾ ਰਹੀ ਹੈ। ਹਾਂਜੀ ਧਮਕੀਆਂ ਦੇ ਰਿਹਾ, ਇਹਨੂੰ ਅਰੈਸਟ ਕਰ ਦੇਣਾ ਚਾਹੀਦਾ। ਜਿਹਦਾ ਅਨੁਰੋਧ ਨੂੰ ਵੀ ਫੋਨ ਆਇਆ ਵੀ ਤੁਸੀਂ ਕੰਪਰੋਮਾਈਜ਼ ਕਰ ਲਓ, ਨਹੀਂ ਤਾਂ ਫਿਰ ਅਸੀਂ ਸਾਡਾ ਪਤਾ ਹੀ ਆ ਤੁਹਾਨੂੰ। ਅਗਰ ਅੱਜ ਅਸੀਂ ਕੰਪਰੋਮਾਈਜ਼ ਕਰਤਾ, ਕੱਲ ਕਿਸੇ ਹੋਰ ਨਾ ਹੋਏਗਾ, ਪਰਸੋਂ ਕਿਸੇ ਹੋਰ ਨਾ ਹੋਏਗਾ, ਇਹ ਚੀਜ਼ ਬੰਦ ਨਹੀਂ ਹੋਏਗੀ। ਇਹੀ ਮਤਲਬ ਜਿਹਦਾ ਮਾਨ ਸਾਹਿਬ ਕਰਦੇ ਪਏ ਜਾਂ ਕਰਪਸ਼ਨ ਖਤਮ ਕਰ ਦੇਣੀ ਜੇ, ਇਹ ਮਤਲਬ ਵਧੀ ਜਾਏਗਾ। ਸੋ ਮੇਰੀ ਰਿਕੁਐਸਟ ਹੈ ਕਿ ਇਹਨਾਂ ਨੂੰ ਜਲਦ ਤੋਂ जल्द गिरफ्तार किया जाए। जैसे अनुरोध और उनके जो भाई साहब जिन्होंने अभी बताया आपको कि कितना बेरहमी से इन्होंने ये अटैक किया। लुधियाना जाना जाता है हॉस्पिटैलिटी की तरफ से, लुधियाना में अगर ऐसी बातें हो तो इस होटल में कौन जाएगा अपने जो जैसे सक्सेसफुल पार्टी कर रहे थे। तो लगता है कानून का जिन लोगों को खौफ नहीं है वही लोग ये काम करते हैं। अब देखना होगा कि इनकी जो मांगे हैं क्या पुलिस अभी मान पाती है, जो उनको कैसे कब तक गिरफ्तार करती है। कैमरामैन विकास के साथ राजेश मेहरा, सिटी न्यूज़ लुधियाना।